Hello students, welcome to my YouTube channel. Today I am discuss about the class 10th SST Geography parts part 3rd of this video. I will explain the long questions which is very important for the exam point of view. I will explain in this video, so you will listen very carefully. ਮੈਂ ਇਸ ਦੇ ਵਿੱਚ ਜਿਹੜੇ ਚੱਲ ਰਹੇ ਕੁਐਸਚਨ ਨੇ ਯਾਨੀ ਕਿ ਲੌਂਗ ਕੁਐਸਚਨਸ ਦੀ ਗੱਲ ਕਰਾਂਗਾ ਤੇ ਤੁਹਾਨੂੰ ਜਿਹੜੇ ਕਿ ਫਾਈਨਲ ਐਗਜ਼ਾਮੀਨੇਸ਼ਨ ਦੇ ਪੁਆਇੰਟ ਆਫ View ਨਾਲ ਬਹੁਤ ਜ਼ਿਆਦਾ ਇੰਪੋਰਟੈਂਟ ਕੁਐਸਚਨਸ ਨੇ। ਫਸਟ ਕੁਐਸਚਨ ਵਾਜ਼ ਇਜ਼ ਹਾਊ ਡਜ਼ ਦੀ ਇੰਡੀਆ ਗॉट ਇਟਸ ਨੇਮ, ਡਿਸਕ੍ਰਾਈਬ ਦੀ ਡਿਟੇਲ, ਸਾਈਜ਼ ਐਂਡ ਐਡਮਿਨਿਸਟ੍ਰੇਸ਼ਨ ਡਿਵੀਜ਼ਨ। ਵੀ ਜਿਹੜਾ ਭਾਰਤ ਆ ਉਹਨੂੰ ਆਪਣਾ ਨਾਮ ਕਿਵੇਂ ਮਿਲਿਆ ਤੇ ਉਹਨੇ ਉਹਦੇ ਸਾਈਜ਼ ਦੇ ਅਕੋਰਡਿੰਗ ਤੇ ਉਹਦੇ ਐਡਮਿਨਿਸਟ੍ਰੇਸ਼ਨ ਡਿਵੀਜ਼ਨ ਬਾਰੇ ਤੁਸੀਂ ਦੱਸਣਾ ਵਾ। ਅਕੋਰਡਿੰਗ ਟੂ ਦੀ ਐਂਸ਼ੀਅੰਟਸ ਰਾਈਟਿੰਗ, the name of our countries has been changing. First of all, its name was Himachal Setu Prayantam. It means the area between to the Himachal and Rameshwaram। ਕਹਿੰਦੇ ਵੀ ਜਿਹੜਾ ਸਭ ਤੋਂ ਪਹਿਲਾਂ ਪੁਰਾਣੇ ਸਮਿਆਂ ਦੇ ਵਿੱਚ ਜਿਹੜੀ ਰਾਈਟਿੰਗ ਹੋਈ ਸਾਡੀ ਕੰਟਰੀਜ਼ ਦਾ ਜਿਹੜਾ ਨਾਮ ਸੀ ਉਹ ਬਹੁਤ ਵਾਰ ਚੇਂਜ ਹੋਇਆ। ਪਹਿਲੀ ਵਾਰ ਇਹਦਾ ਨਾਮ ਰੱਖਿਆ ਗਿਆ ਹਿਮਾਚਲ ਸੇਤੂ। ਇਹਦਾ ਨਾਮ ਇਹ ਤਾਂ ਰੱਖਿਆ ਗਿਆ ਕਿਉਂਕਿ ਇਹ ਹਿਮਾਚਲ ਤੇ ਰਾਮੇਸ਼ਵਰਮ ਦੇ ਵਿਚਾਲੇ ਸੀਗਾ। ਵਿਦ ਦੀ ਅਰਾਈਵਲ ਆਫ ਟੂ ਦੀ ਆਰੀਅਨਸ ਇਟ ਵਾਜ਼ ਕਾਲਡ ਟੂ ਦੀ ਆਰਿਆਵਰਤ। ਵੀ ਜਦੋਂ ਆਰੀਅਨ ਲੋਕ ਇੱਥੇ ਰਹਿਣ ਆ ਗਏ ਤਾਂ ਉਹਦਾ ਨਾਮ ਕੀ ਰੱਖਿਆ ਗਿਆ? ਆਰਿਆਵਰਤ ਰੱਖਿਆ ਗਿਆ। ਅਕੋਰਡਿੰਗ ਟੂ ਦੀ ਰਿਗਵੇਦ it was called to the Bharatvarsh on to the name of the Bharat son of to the king Dushyant। ਕਹਿੰਦੇ ਵੀ ਇਹਦਾ ਨਾਮ ਫਿਰ ਰਿਗਵੇਦ ਦੇ ਅਕੋਰਡਿੰਗ ਕੀ ਆ ਭਾਰਤ ਵਰਸ਼ ਰੱਖਿਆ ਗਿਆ। ਕਿਉਂ ਰੱਖਿਆ ਗਿਆ? ਕਿਉਂਕਿ ਇਹ ਭਾਰਤ ਜਿਹੜਾ ਕਿ ਪੁੱਤਰ ਸੀਗਾ ਕਿਹਦਾ? ਦੁਸ਼ਯੰਤ ਦਾ। ਦੀ ਨਿਊ ਨੇਮ ਆਫ ਇੰਡੀਆ ਇਜ਼ based on to the river of Indus. The vast river of to the northwest had names Indus यानी कि सिद्ध। This word is सिद्ध changed to Hindu। ਕਹਿੰਦੇ ਵੀ ਜਿਹੜਾ ਇਹਦਾ ਨਿਊ ਨਾਮ ਹੈ ਜਿਹੜਾ ਹਿੰਦੂ ਆ ਉਹ ਕੀ ਆ? ਇੰਡਸ ਇੱਕ ਰਿਵਰ ਆ ਉਹਦੇ ਨਾਮ ਤੇ ਰੱਖਿਆ ਗਿਆ ਜਿਹਦਾ ਨਾਮ ਕੀ ਆ? ਸਿੱਧ ਰਿਵਰ। ਜਿਹੜਾ ਕਿ ਵਾਸਟ ਏਰੀਆ ਵਾ ਰਿਵਰ ਦਾ ਕਿੱਥੇ ਆ? ਨਾਰਥ ਤੇ ਵੈਸਟ ਸਾਈਡ ਦੇ ਵਿੱਚ, ਤਾਂ ਕਰਕੇ ਇਹਦਾ ਨਾਮ ਕੀ ਆ? ਇੰਡਸ ਰੱਖਿਆ ਗਿਆ। ਤੇ ਇਹਦਾ ਨਾਮ ਜਿਹੜਾ ਸਿੱਧ ਰਿਵਰ ਤੋਂ ਚੇਂਜ ਹੋ ਕੇ ਹਿੰਦੂ ਵੀ ਬਣਿਆ। ਦੀ ਪੀਪਲ ਵਾਜ਼ ਲਿਵਿੰਗ ਅਲੋਂਗ ਦਿਸ ਰਿਵਰਸ ਵਰ ਟੂ ਦੀ ਕਾਲਡ ਹਿੰਦੂਸ ਬਾਈ ਦੀ ਇਰਾਨੀਅਨਸ। ਵੀ ਜਿਹੜੇ ਇਹਦੇ ਰਿਵਰ ਦੇ ਕੋਲ ਰਹਿੰਦੇ ਲੋਕ ਸੀਗੇ ਉਹਨਾਂ ਨੂੰ ਹਿੰਦੂਸ ਕਿਹਾ ਗਿਆ ਕਿਹਨਾਂ ਨੇ ਦੁਆਰਾ? ਇਰਾਨੀਅਨ ਲੋਕਾਂ ਦੁਆਰਾ। ਦੀ ਗ੍ਰੀਕ ਚੇਂਜਡ ਟੂ ਇਟਸ ਦੀ ਇੰਡਸ and the people were called to the Indus, laterally he changed into the India, Hindustan and Bharat। ਕਹਿੰਦੇ ਗ੍ਰੀਕ ਦੇ ਲੋਕਾਂ ਨੇ ਜਿਹੜਾ ਇੰਡਸ ਆ ਉਹਦਾ ਨਾਮ ਥੋੜਾ ਹੋਰ ਚੇਂਜ ਕੀਤਾ ਤੇ ਪੀਪਲ ਇਹਨੂੰ ਇੰਡਸ ਕਹਿਣ ਲੱਗ ਗਏ ਤੇ ਲੇਟਰ ਔਨ ਇਹਦਾ ਨਾਮ ਜਿਹੜਾ ਵਾ ਹੋਰ ਵੀ ਚੇਂਜ ਹੋਇਆ ਤਾਂ ਕਰਕੇ ਇਹਦਾ ਨਾਮ ਇੰਡੀਆ, ਹਿੰਦੁਸਤਾਨ ਤੇ ਭਾਰਤ ਪੈ ਗਿਆ। ਤੇ ਸ਼ੇਪ ਤੇ ਸਾਈਜ਼ ਦੇ ਅਕੋਰਡਿੰਗ ਕੀ ਆ ਇਹਦੀ? ਕੀ ਆ ਸ਼ੇਪ? ਕੀ ਆ? ਇਜ਼ ਅ ਟ੍ਰਾਇੰਗੂਲਰ। ਇਹਦੀ ਟ੍ਰਾਇੰਗੂਲਰ ਸ਼ੇਪ ਆ ਤੇ ਅਰੇਬੀਅਨ ਸਨਸ ਆਫ ਦੀ ਵਨ ਸਾਈਡ ਐਂਡ ਦੀ ਬੇ ਆਫ ਬੰਗਾਲ ਆਫ ਟੂ ਦੀ ਅਨਦਰ ਸਾਈਡ। ਵੀ ਇਹਦਾ ਕੀ ਆ? ਇੱਕ ਸਾਈਡ ਦੇ ਵਿੱਚ ਅਰੇਬੀਅਨ ਸੀ ਆਉਣਾ ਸੀ ਜਿੱਥੇ ਅਰੇਬੀਅਨ ਸੀ ਸੀਗਾ ਯਾਨੀ ਕਿ ਅਰਬ ਸਾਗਰ ਆ ਤੇ ਦੂਸਰੇ ਸਾਈਡ ਕੀ ਆ? ਬੇ ਆਫ ਬੰਗਾਲ ਆ। ਇਟ ਇਜ਼ ਦੀ ਬਾਉਂਡਰੀ ਇਨਟੂ ਦੀ ਨਾਰਥ ਐਂਡ ਟ੍ਰੈਪਿੰਗ ਟੂਵਰਡਸ ਆਫ ਟੂ ਦੀ ਸਾਊਥ। ਕਹਿੰਦੇ ਇਹਦਾ ਕੀ ਆ? ਇਹਦਾ ਜਿਹੜਾ ਬਾਰਡਰ ਆ ਉਹ ਨਾਰਥ ਤੋਂ ਲੈ ਕੇ ਕਿੱਥੇ ਤੱਕ ਫੈਲਿਆ ਹੋਇਆ ਵਾ? ਸਾਊਥ ਤੱਕ ਫੈਲਿਆ ਹੋਇਆ। ਐਟ ਇਟ ਇਜ਼ ਦੀ ਪੁਆਇੰਟ ਐਟ ਕੰਨਿਆਕੁਮਾਰੀ। ਕਹਿੰਦੇ ਇਹ ਕੰਨਿਆਕੁਮਾਰੀ ਤੱਕ ਜਾ ਲੱਗਦਾ ਵਾ। ਐਡਮਿਨਿਸਟ੍ਰੇਸ਼ਨ ਡਿਵੀਜ਼ਨ ਦੇ ਅਕੋਰਡਿੰਗ ਜਿਹੜਾ ਇਹਦੇ ਵਿੱਚ 28 ਸਟੇਟਸ ਰਹਿ ਗਈਆਂ ਹੁਣ ਤੇ 9 ਯੂਨੀਅਨ ਟੈਰੀਟਰੀਜ਼ ਬਣ ਚੁੱਕੀਆਂ ਨੇ। ਇੰਡੀਆ ਕੀ ਹੈ? ਇੱਕ ਯੂਨੀਕ ਕੰਟਰੀ ਵੀ ਆ। ਨੈਕਸਟ ਕੁਐਸਚਨ ਹੈਗਾ ਵਟ ਇਜ਼ ਟੂ ਦੀ ਇੰਪੈਕਟ ਆਫ ਟੂ ਦੀ ਇੰਡੀਅਨਸ ਜੋਗ੍ਰਾਫੀਕਲਸ ਲੋਕੇਸ਼ਨ, ਇਟਸ ਸਿਕਿਉਰਿਟੀ, ਕਲਾਈਮੇਟਸ, ਟ੍ਰੇਡਸ ਐਂਡ ਕਲਚਰ। ਵੀ ਇੰਡੀਆ ਦੀ ਜਿਹੜੀ ਜੋਗ੍ਰਾਫੀਕਲ ਜਿਹੜੀ ਭੂਗੋਲਿਕ ਜਿਹੜੀ ਉਹਦੀ ਖੇਤਰ ਆ ਜਾਂ ਉਹਦੀ ਲੋਕੇਸ਼ਨ ਆ ਉਹ ਕੀ ਆ? ਉਹਦੀ ਸੁਰੱਖਿਆ, ਕਲਾਈਮੇਟ, ਟ੍ਰੇਡ ਤੇ ਕਲਚਰ ਦੇ ਅਕੋਰਡਿੰਗ ਕੀ ਇਫੈਕਟ ਆ। ਇੰਡੀਆ ਇਜ਼ ਅ ਵਾਸਟ ਕੰਟਰੀ ਸਿਚੁਏਟਡ ਇਨਟੂ ਦੀ ਸਾਊਥ ਏਸ਼ੀਆ। ਸਾਊਥ ਏਸ਼ੀਆ ਦੇ ਵਿੱਚ ਇੰਡੀਆ ਦੀ ਇੱਕ ਬਹੁਤ ਵੱਡੀ ਕੰਟਰੀ ਹੈ ਇੱਥੇ ਪੈਂਦੀ ਆ। ਇਟ ਇਜ਼ ਆਕੂਪਾਈਡ ਟੂ ਦੀ ਸੈਂਟਰਲ ਪੋਜੀਸ਼ਨ ਐਟ ਟੂ ਦੀ ਹੈਡ ਆਫ ਟੂ ਦੀ ਇੰਡੀਅਨ ਓਸ਼ਨ। ਇਟ ਇਜ਼ ਅ ਇਫੈਕਟ ਆਰ। ਕਹਿੰਦੇ ਵੀ ਇਹ ਕੀ ਹੈ? ਇੰਡੀਆ ਇੱਕ ਬਹੁਤ ਵੱਡੀ ਕੰਟਰੀ ਹੈ ਜਿਹੜੀ ਕਿ ਸਾਊਥ ਏਸ਼ੀਆ ਤੱਕ ਫੈਲੀ ਹੋਈ ਆ। ਇਹਨੇ ਕੀ ਆ? ਇੱਕ ਸੈਂਟਰਲ ਪੋਜੀਸ਼ਨ ਲਈ ਹੋਈ ਆ ਇੰਡੀਅਨ ਓਸ਼ਨ ਦੇ ਹੈਡ ਦੇ ਉੱਤੇ। ਕਹਿੰਦੇ ਇਹਦੇ ਇਫੈਕਟ ਕੀ ਨੇ? ਪਹਿਲਾ ਹੈਗਾ ਡਿਫੈਂਸ। ਇੰਡੀਆ ਹੈਜ਼ ਏ ਸਟਰੋਂਗ ਨੇਵੀਅਲ ਫੀਟਸ ਆਫ ਟੂ ਦੀ ਡਿਫੈਂਸ ਆਫ ਇਟਸ ਲੌਂਗ ਕੋਸਟਲ ਲਾਈਨ। ਵੀ ਜਿਹੜੇ ਇੰਡੀਆ ਦੀ ਇੱਕ ਸਟਰੋਂਗ ਜਿਹੜੀ ਨੇਵੀਅਲ ਫੀਟ ਮੰਨੀ ਜਾਂਦੀ ਆ ਡਿਫੈਂਸ ਦੇ ਅਕੋਰਡਿੰਗ ਕਿਉਂਕਿ ਇਹਦਾ ਕੀ ਆ? ਲੌਂਗ ਕੋਸਟਲ ਏਰੀਆ ਵਾ, ਕੋਸਟਲ ਲਾਈਨ ਆ। ਇਟ ਫਰੰਟਰਸ ਔਨ ਟੂ ਦੀ ਸਾਊਥ ਆਰ ਸੇਫ। ਕਹਿੰਦੇ ਇਹਦਾ ਜਿਹੜਾ ਦੱਖਣੀ ਭਾਗ ਆ ਉਹ ਕੀ ਆ? ਪੂਰੀ ਤਰ੍ਹਾਂ ਸੁਰੱਖਿਅਤ ਆ। ਲੈਂਡ ਐਂਡ ਏਅਰਫੋਰਸ
is there was there defeated to the land frontier of to the north, and India is to the faced to the attack from to the north, and it is helped to the Sri Lanka and Maldives also। ਕਹਿੰਦੇ 에ਅਰ ਫੋਰਸ ਤੇ ਜਿਹੜਾ ਲੈਂਡ ਦਾ ਏਰੀਆ ਵਾ ਉਹ ਡਿਫੀਟ ਕਰਦੀ ਆ ਨਾਰਥਰਨ ਪਾਰਟ ਦੇ ਉੱਤੇ। ਇੰਡੀਆ ਜਿਹੜੇ ਹੋਰ ਤਰ੍ਹਾਂ ਦੇ ਜਿਹੜੇ ਅਟੈਕ ਫੇਸ ਕੀਤੇ ਉਹ ਨਾਰਥ ਸਾਈਡ ਤੋਂ ਕੀਤੇ ਆ, ਤੇ ਇਹਨੇ ਕਈ ਤਰ੍ਹਾਂ ਦੀ ਹੈਲਪ ਵੀ ਕੀਤੀ ਹੈ ਸ਼੍ਰੀ ਲੰਕਾ ਤੇ ਮਾਲਦੀਵ ਦੀ ਵੀ। ਕਲਾਈਮੇਟ ਜਿਹੜਾ ਉਹਦਾ ਮੌਸਮ ਆ, ਇੰਡੀਆ ਇਜ਼ ਜੁਆਇੰਟ ਟੂ ਦੀਆਂ ਮੌਨਸੂਨ ਕਲਾਈਮੇਟ ਬੀਂਗਸ ਟੂ ਦੀਆਂ ਲੋਕੇਟਡ ਬਿਟਵੀਨ ਟੂ ਦੀਆਂ ਹਿਮਾਲਿਆਜ਼ ਐਂਡ ਇੰਡੀਅਨ ਓਸ਼ਨ। ਕਹਿੰਦੇ ਵੀ ਜਿਹੜਾ ਇੰਡੀਆ ਵਾ ਉਹਨੇ ਮੌਨਸੂਨ ਬਹੁਤ ਵਧੀਆ ਇੰਜੋਏ ਕਰਦੇ ਆ, ਕਿਉਂਕਿ ਇਹ ਕੀ ਆ ਹਿਮਾਲਿਆ ਤੇ ਇੰਡੀਅਨ ਓਸ਼ਨ ਦੇ ਵਿਚਾਲੇ ਪੈਂਦਾ ਵਾ। ਇੰਡੀਆ ਇਜ਼ ਮੋਸਟਲੀ ਗੈਟਿੰਗ ਰੇਨ ਇਨ ਦੀਆਂ ਸਮਰ। ਕਹਿੰਦੇ ਇੰਡੀਆ ਦੇ ਵਿੱਚ ਜ਼ਿਆਦਾਤਰ ਮੀਂਹ ਕਦੋਂ ਪੈਂਦੇ ਆ, ਸਮਰ ਦੇ ਵਿੱਚ, ਗਰਮੀਆਂ ਦੇ ਵਿੱਚ ਪੈਂਦੇ ਆ। ਬਟ ਨਾਰਥ ਈਸਟ ਪਾਰਟ ਗੈਟ ਟੂ ਦੀ ਆ ਵਿੰਟਰ ਰੇਨ, ਵੀ ਜਿਹੜਾ ਸਾਊਥ ਈਸਟ ਪਾਰਟ ਆ ਉਹਦੇ ਵਿੱਚ ਕਦੋਂ ਆ, ਜਦੋਂ ਸਰਦੀਆਂ ਹੁੰਦੀਆਂ ਨੇ ਉਦੋਂ ਮੀਂਹ ਪੈਂਦਾ ਵਾ। ਟ੍ਰੇਡ ਮੋਸਟ ਆਫ ਟੂ ਦੀ ਟ੍ਰੇਡ ਰੂਟ ਪਾਸ ਥਰੂ ਟੂ ਦੀ ਇੰਡੀਅਨ ਓਸ਼ਨ ਅਲੋਂਗ ਵਿਦ ਦੀ ਕੋਸਟ ਆਫ ਇੰਡੀਆ। ਵੀ ਜ਼ਿਆਦਾਤਰ ਜਿਹੜਾ ਟ੍ਰੇਡ ਅਜੇ ਵਪਾਰ ਕਰਨ ਦੇ ਰਸਤੇ ਨੇ ਉਹ ਇੰਡੀਆ ਦੇ ਓਸ਼ਨ ਦੇ ਵਿੱਚੋਂ ਦੀ ਹੋ ਕੇ, ਉਹਦੀ ਖਾੜੀ ਦੇ ਵਿੱਚੋਂ ਦੀ ਹੋ ਕੇ ਜਾਂਦੇ ਆ। these connected India with the Europe and to the America on to the west and Australia, East Asia and ਫਿਨਲੈਂਡ ਈਸਟ। ਕਹਿੰਦੇ ਵੀ ਜਿਹੜਾ ਇਹਨੂੰ ਕੀ ਹੈ, ਇੰਡੀਆ ਨੂੰ ਕਨੈਕਟ ਕੀਤਾ ਗਿਆ ਵਾ ਯੂਰਪ ਦੇ ਨਾਲ ਕਰਦੀ ਹੈ, ਅਮਰੀਕਾ ਨਾਲ ਕਰਦੀ ਹੈ ਵੈਸਟ, ਤੇ ਆਸਟ੍ਰੇਲੀਆ ਨੂੰ ਈਸਟ ਏਸ਼ੀਆ ਦੇ ਨਾਲ ਕਨੈਕਟ ਕਰਦੀ ਆ। ਕਲਚਰ ਡਿਫਰੈਂਟ ਰੇਸਿਕਲ ਗਰੁੱਪਸ ਲਾਈਕ ਆਰੀਅਨ, ਗ੍ਰੀਕ, ਤੁਰਕ, ਮੁਗਲਸ ਕੇਮਸ ਥਰੂ ਟੂ ਦੀਆਂ ਪਾਸਿਸ ਔਨ ਟੂ ਦੀਆਂ ਨਾਰਥ ਵੈਸਟ ਐਂਡ ਸੈਟਲ ਇਨ ਟੂ ਦੀਆਂ ਇੰਡੀਆ। ਕਹਿੰਦੇ ਵੀ ਜ਼ਿਆਦਾਤਰ ਜਿਹੜੇ ਇੰਡੀਆ ਦੇ ਵਿੱਚ ਕਈ ਲੋਕ ਆਉਂਦੇ ਰਹੇ, ਜਿਵੇਂ ਆਰੀਅਨ ਆਏ, ਗ੍ਰੀਕ ਆਏ, ਤੁਰਕ ਆਏ, ਮੁਗਲ ਆਏ, ਇਹ ਜ਼ਿਆਦਾਤਰ ਨਾਰਥ ਵੈਸਟ ਦੇ ਵਿੱਚ ਸੈਟਲ ਹੁੰਦੇ ਗਏ। these race mixed with the Indians and gave to the new form to the Indian culture। ਕਹਿੰਦੇ ਉਹ ਸਾਰੇ ਇੰਡੀਆ ਦੇ ਵਿੱਚ ਮਿਲ ਗਏ ਤੇ ਇਹਨਾਂ ਨੇ ਨਵਾਂ ਇੰਡੀਅਨ ਕਲਚਰ ਨੂੰ ਵਿਕਾਸ ਕੀਤਾ। ਦੀ ਇੰਡੀਅਨ ਕਲਚਰ ਗੈਟ ਮੈਨੀ ਚੇਂਜਿਸ ਇਨ ਦੀ ਡਰੈਸਿਸ। ਕਹਿੰਦੇ ਇਸ ਕਰਕੇ ਜਿਹੜੇ ਇੰਡੀਆ ਦੇ ਜਿਹੜੇ ਕਲਚਰ ਦੇ ਵਿੱਚ ਕਈ ਤਰ੍ਹਾਂ ਦੀਆਂ ਭਿੰਨਤਾਵਾਂ ਮਿਲਦੀਆਂ ਨੇ ਉਹਨਾਂ ਦੇ ਪਹਿਰਾਵੇ ਦੇ ਵਿੱਚ। ਥਰਡ ਕੁਐਸਚਨ ਇਜ਼ ਇੰਡੀਆ ਇਜ਼ ਅ ਕੰਟਰੀ ਆਫ ਡਾਇਵਰਸਿਟੀ, ਐਕਸਪਲੇਨ ਟੂ ਦੀ ਸਟੇਟਮੈਂਟ। ਕਹਿੰਦੇ ਇੰਡੀਆ ਕੀ ਹੈ, ਇੱਕ ਭਿੰਨਤਾਵਾਂ ਦਾ ਦੇਸ਼ ਆ। ਤੁਸੀਂ ਇਹ ਸਟੇਟਮੈਂਟ ਨੂੰ ਸਹੀ ਤਰੀਕੇ ਨਾਲ ਐਕਸਪਲੇਨ ਕਰਨਾ ਵਾ। ਇੰਡੀਆ ਇਜ਼ ਅ ਲੈਂਡ ਆਫ ਟੂ ਦੀ ਸੈਵਰਲ ਕੰਟਰਾਸਟਸ। ਵੀ ਇੰਡੀਆ ਜਿਹੜਾ ਵਾ ਉਹ ਕਈ ਤਰ੍ਹਾਂ ਦੀ ਕੰਟਰਾਸਟ ਦੇ ਨਾਲ ਜੁੜਿਆ ਹੋਇਆ ਵਾ। ਦੀ ਆ ਵਾਸਟਨੈਸਟ ਵਾਸ ਟੂ ਦੀ ਪ੍ਰੋਡਿਊਸਿੰਗ ਟੂ ਦੀ ਡਾਇਵਰਸਿਟੀਜ਼ ਇਨ ਦੀ ਫਿਜ਼ੀਕਲ ਐਂਡ ਸੋਸ਼ਲ ਕੰਡੀਸ਼ਨ। ਕਹਿੰਦੇ ਇਹ ਜ਼ਿਆਦਾਤਰ ਭਿੰਨਤਾਵਾਂ ਸਾਨੂੰ ਉਹਦੀਆਂ ਭੌਤਿਕ ਤੇ ਫਿਜ਼ੀਕਲ ਜਿਹੜੀਆਂ ਕੰਡੀਸ਼ਨਾਂ ਉੱਤੇ ਇਫੈਕਟ ਪਾਉਂਦੀਆਂ। ਦੀ ਫੈਕਟਰ ਐਂਡ ਡਾਇਵਰਸਿਟੀਜ਼ ਫੈਕਟਰ ਕਿਹੜੇ ਕਿਹੜੇ ਨੇ ਜਿਹੜੇ ਡਾਇਵਰਸਿਟੀ ਨੂੰ ਇਫੈਕਟ ਕਰਦੇ ਆ। ਵਾਸਟ ਸਾਈਜ਼ ਆਫ ਇੰਡੀਅਨ ਸਬ ਕੰਟੀਨੈਂਟ, ਵੀ ਜਿਹੜਾ ਇੰਡੀਆ ਦਾ ਵਾਸਟ ਸਾਈਜ਼ ਆ ਸਬ ਕੰਟੀਨੈਂਟ ਤੌਰ 'ਤੇ ਵਰਤਿਆ ਜਾਂਦਾ ਵਾ। ਇੰਡੀਆਜ਼ ਰੈਂਕ ਵਾਜ਼ ਏ 7th ਇਨਟੂ ਦੀ ਵਰਲਡ ਐਜ਼ ਰਿਗਾਰਡਿੰਗ ਟੂ ਦੀ ਏਰੀਆ। ਇੰਡੀਆ ਨੂੰ 7ਵਾਂ ਸਥਾਨ ਦਿੱਤਾ ਗਿਆ ਸੰਸਾਰ ਦੇ ਵਿੱਚ ਉਹਦੇ ਏਰੀਆ ਦੇ ਅਕੋਰਡਿੰਗ। ਦਸ ਦੇਅਰ ਇਜ਼ ਟੂ ਦੀ ਮਾਰਕ ਟੂ ਦੀ ਰੀਜਨਲ ਡਾਇਵਰਸਿਟੀ ਇਨਟੂ ਦੀ ਨੈਚੁਰਲ ਫੀਚਰ। ਕਹਿੰਦੇ ਤਾਂ ਕਰਕੇ ਕੀ ਆ, ਇੱਥੇ ਕੀ ਆ, ਕੁਦਰਤੀ ਤੌਰ 'ਤੇ ਵੀ ਜਿਹੜੀਆਂ ਭਿੰਨਤਾਵਾਂ ਮਿਲਦੀਆਂ ਨੇ, ਕਿਉਂਕਿ ਇਹ ਕੀ ਹੈ ਕਾਫੀ ਵੱਡਾ ਏਰੀਆ ਵਾ। ਫਿਜ਼ੀਕਲ ਕੰਟਰੀ, ਵੀ ਇਹ ਕੀ ਹੈ, ਇੱਕ ਭੌਤਿਕ ਫਿਜ਼ੀਕਲ ਇਨਵਾਇਰਮੈਂਟ, ਫਿਜ਼ੀਕਲ ਭੌਤਿਕ ਇਨਵਾਇਰਮੈਂਟ ਇੱਥੇ ਮਿਲਦਾ ਵਾ। ਦੇਅਰ ਇਜ਼ ਅ ਹਾਈ ਡਿਗਰੀ ਆਫ ਟੂ ਦੀ ਡਾਇਵਰਸਿਟੀਜ਼ ਇਨ ਟੂ ਦੀ ਨੈਚੁਰਲ ਇਨਵਾਇਰਮੈਂਟ ਆਫ ਇੰਡੀਆ। ਕਹਿੰਦੇ ਇੰਡੀਆ ਦੇ ਵਿੱਚ ਹਾਈ ਡਿਗਰੀ ਡਾਇਵਰਸਿਟੀਜ਼ ਮਿਲਦੀਆਂ ਨੇ ਨੈਚੁਰਲ ਇਨਵਾਇਰਮੈਂਟ ਦੇ ਵਿੱਚ, ਕਿਉਂਕਿ ਰੀਜਨਲ ਡਿਫਰੈਂਸਿਸ ਆਰ ਟੂ ਦੀ ਫਾਊਂਡ ਇਨ ਟੂ ਦੀ ਰਿਲੀਫ ਕਲਾਈਮੇਟਸ ਐਂਡ ਵੈਜੀਏਸ਼ਨਸ ਐਂਡ ਸੋਇਲਸ ਦੀ ਯੂਥਫੁਲ ਆਫ ਟੂ ਦੀ topographies of Himalaya with the highest peak of to the worlds, presenting the great contrast to the old distracting topographies, the ਡੈਕਨ ਪਲੈਟਿਊ। ਕਹਿੰਦੇ ਵੀ ਜਿਹੜਾ ਇਹਦੇ ਰੀਜਨਲ ਡਿਫਰੈਂਸਿਸ ਦੇ ਨਾਲ ਇਹਦੇ ਕੀ ਆ, ਮੌਸਮ ਤੇ ਜਿਹੜੀਆਂ ਬਨਸਪਤੀਆਂ ਨੇ ਉਹਨਾਂ ਵਿੱਚ ਵੀ ਕਈ ਤਰ੍ਹਾਂ ਦੀਆਂ ਭਿੰਨਤਾਵਾਂ ਮਿਲਦੀਆਂ ਨੇ। ਕਹਿੰਦੇ ਇਹਦੇ ਵਿੱਚ ਯੂਥਫੁਲ ਜਿਹੜਾ ਵਾ ਟੋਪੋਗ੍ਰਾਫੀ ਦੇ ਵਿੱਚ, ਜਿਵੇਂ ਹਿਮਾਲਿਆ ਦੇ ਕੀ ਹੈ ਇੱਕ ਹਾਈਐਸਟ ਪੀਕ ਆ ਵਰਲਡ ਦੀ, ਉਹ ਵੀ ਇੰਡੀਆ ਦੇ ਵਿੱਚ ਹੀ ਰਿਲਾਈ ਕਰਦੀ ਹੈ। ਅਤੇ ਇੱਕ ਸਭ ਤੋਂ ਪੁਰਾਣਾ ਜਿਹੜਾ ਵਾ ਪਲੈਟਿਊਜ਼, ਯਾਨੀ ਕਿ ਪਠਾਰਾਂ ਨੇ ਡੈਕਨਸ, ਉਹ ਵੀ ਇੱਥੋਂ ਹੀ ਮਿਲਦੀਆਂ ਨੇ, ਤਾਂ ਕਰਕੇ ਇੱਥੇ ਭਿੰਨਤਾਵਾਂ ਮਿਲਦੀਆਂ ਨੇ। ਨੈਕਸਟ ਹੈਗਾ ਇਨੀਥੀਕਲ ਗਰੁੱਪਸ, ਵੀ ਜਿਹੜੇ ਨੈਤਿਕਤਾ ਦੀਆਂ ਕਈ ਭਿੰਨਤਾਵਾਂ ਮਿਲਦੀਆਂ ਨੇ। ਦੀਅਰ ਡਿਫਰੈਂਸ ਆਫ ਦੀਅਰ ਰੇਸਿਕਲ ਗਰੁੱਪ ਆਰ ਇੰਟਰਡ ਇਨ ਟੂ ਦੀਅਰ ਡਿਊਰਿੰਗ ਟੂ ਦੀਅਰ ਡਿਫਰੈਂਟ ਪੀਰੀਅਡ। ਵੀ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਆਉਂਦੇ ਗਏ, ਜਿਵੇਂ ਮੈਡੀਟੇਸ਼ੀਅਨਸ, ਨੈਟਲੋਗਰੋਟਸ, ਪ੍ਰੇਟੋ ਆਸਟ੍ਰੇਰੀਓਰੋਡਸ, ਮੰਗੋਲੀਅਡਸ, ਇਹ ਸਾਰੇ ਕਈ ਬੰਦੇ ਇੱਥੇ ਜਿਹੜੇ ਇੰਡੀਆ ਦੇ ਵਿੱਚ ਆਏ, ਤਾਂ ਕਰਕੇ ਕਈ ਇੰਡੀਆ ਦੇ ਵਿੱਚ ਡਿਫਰੈਂਟ ਜਗ੍ਹਾ ਦੇ ਉੱਤੇ ਰਹੇ, ਤਾਂ ਕਰਕੇ ਉੱਥੇ ਵੀ ਸਾਨੂੰ ਕਈ ਤਰ੍ਹਾਂ ਦੇ ਧਾਰਮਿਕ ਭਿੰਨਤਾਵਾਂ ਮਿਲਦੀਆਂ ਨੇ। ਐਗਰੀਕਲਚਰ, ਇੰਡੀਆ ਇਜ਼ ਅ ਪ੍ਰਾਇਮਰੀ ਐਂਡ ਐਗਰੀਕਲਚਰ ਕੰਟਰੀਜ਼, ਦੀ ਨੰਬਰ ਆਫ ਟੂ ਦੀ ਕ੍ਰੌਪਸ ਆਰ ਗਰੋਇੰਗ ਰੇਂਜਿੰਗ ਫਰੋਮ ਟੂ ਦੀ ਟੋਪੋਲੀਕਲ ਰੀਜਨਸ ਆਫ ਟੂ ਦੀ ਟੈਂਪਰੇਚਰ ਰੀਜਨਸ। ਕਹਿੰਦੇ ਇੰਡੀਆ ਕੀ ਆ, ਇੱਕ ਖੇਤੀ ਪ੍ਰਧਾਨ ਦੇਸ਼ ਹੈ। ਇੱਥੇ ਕੀ ਆ, ਕਈ ਤਰ੍ਹਾਂ ਦੀਆਂ ਖੇਤੀਆਂ ਕੀਤੀਆਂ ਜਾਂਦੀਆਂ ਨੇ ਅਕੋਰਡਿੰਗ ਟੂ ਦੀ ਉਹਦਾ ਰੀਜ਼ਨ, ਖੇਤਰ ਦੇ ਅਕੋਰਡਿੰਗ ਅਤੇ ਟੈਂਪਰੇਚਰ ਦੇ ਰੀਜ਼ਨ ਦੇ ਅਕੋਰਡਿੰਗ ਉੱਥੇ ਕਈ ਤਰ੍ਹਾਂ ਦੀਆਂ ਖੇਤੀਆਂ ਹੁੰਦੀਆਂ ਹਨ। ਫੋਰਥ ਕੁਐਸਚਨ ਇਜ਼ ਵਿਚ
ਫੈਕਟਰ ਇਨਫਲੂਐਂਸ ਟੂ ਦੀਆਂ ਰੀਜਨਲ ਡਿਸਪੈਰਿਟੀਜ਼ ਫਾਊਂਡ ਇਨ ਇੰਡੀਆ, ਕਿਹੜੇ ਕਾਰਨ ਨੇ ਜਿਹਦੇ ਕਰਕੇ ਸਾਡੇ ਖੇਤਰੀ ਭਿੰਨਤਾਵਾਂ ਦੇਖਣ ਨੂੰ ਮਿਲਦੀਆਂ ਨੇ ਇੰਡੀਆ ਦੇ ਵਿੱਚ। ਦੀਆਂ ਫੋਲੋਇੰਗ ਫੈਕਟਰਸ ਆਰ ਕ੍ਰੀਏਟਿੰਗ ਦੀਆਂ ਰੀਜਨਲ ਡਿਵਰਸਿਟੀਜ਼ ਇਨ ਇੰਡੀਆ, ਇੰਡੀਆ ਦੇ ਵਿੱਚ ਜਿਹੜੇ ਹੇਠ ਲਿਖੇ ਜਿਹੜੇ ਮੇਨ ਫੈਕਟਰ ਨੇ ਉਹ ਇਫੈਕਟ ਕਰਦੇ ਆ। ਪਹਿਲਾ ਹੈਗਾ ਵਾਸਟ ਏਰੀਆ, ਇੰਡੀਆ ਦਾ ਬਹੁਤ ਵੱਡਾ ਏਰੀਆ ਵਾ। ਇੰਡੀਆ ਇਜ਼ ਅ ਵਾਸਟ ਕੰਟਰੀ, ਨਾਰਥ ਸਾਊਥ ਐਕਸਟੈਂਸ਼ਨ 3214 ਕਿਲੋਮੀਟਰ, ਵਾਈਲ ਦੀ ਈਸਟ ਵੈਸਟ extension is 2933 kilometers. It is impossible to have to be a uniform relief over to their countries. It is a ਲੈਂਡ ਆਫ ਕੰਸਟਰਾਸਟ, ਕਹਿੰਦੇ ਵੀ ਇੰਡੀਆ ਦਾ ਕੀ ਹੈ, ਇੱਕ ਬਹੁਤ ਵਾਸਟ ਏਰੀਆ ਵਾ, ਇੱਕ ਵਾਸਟ ਕੰਟਰੀ ਹੈ। ਜਿਵੇਂ ਇਹਦੇ ਵਿੱਚ ਉੱਤਰ ਤੋਂ ਦੱਖਣ ਵੱਲ ਕੀ ਹੈ 3214 ਕਿਲੋਮੀਟਰ ਤੱਕ ਐਕਸਟੈਂਡ ਕਰਦੀ ਆ, ਅਤੇ ਪੂਰਬ ਤੋਂ ਪੱਛਮ ਵੱਲ 2933 ਕਿਲੋਮੀਟਰ ਐਕਸਟੈਂਡ ਕਰਦੀ ਆ। ਤਾਂ ਇਹ ਇੰਪੋਸੀਬਲ ਆ ਕਿ ਇਹਨੂੰ ਯੂਨੀਫਾਰਮ ਰਿਲੀਫ ਦਿੱਤਾ ਜਾ ਸਕੇ ਓਵਰ ਪੂਰੀ ਕੰਟਰੀ ਦੇ ਉੱਤੇ, ਅਤੇ ਇਹਨਾਂ ਵਿੱਚ ਲੈਂਡ ਦਾ ਵੀ ਕਈ ਤਰ੍ਹਾਂ ਦਾ ਵਿਕਾਸ ਹੋਇਆ ਵਾ। ਰਿਲੀਫ, ਇੰਡੀਆ ਹੈਜ਼ ਏ ਵੈਰੀ ਟੂ ਦੀਆਂ ਰਿਲੀਫ, it is include to their mountains, plateaus, plains, it is include to their narrow valleys as well as to their desert। ਕਹਿੰਦੇ ਵੀ ਇੰਡੀਆ ਦੇ ਵਿੱਚ ਕਈ ਤਰ੍ਹਾਂ ਦੇ ਹੋਰ ਵੀ ਚੀਜ਼ਾਂ ਮਿਲਦੀਆਂ ਨੇ, ਜਿਵੇਂ ਕਿ ਪਹਾੜ ਮਿਲਦੇ ਆ, ਪਠਾਰ ਮਿਲਦੇ ਆ, ਮੈਦਾਨ ਮਿਲਦੇ ਆ। ਕਹਿੰਦੇ ਇਹਦੇ ਵਿੱਚ ਨੈਰੋ ਵੈਲੀਜ਼ ਮਿਲਦੀਆਂ ਨੇ, ਛੋਟੀਆਂ ਘਾਟੀਆਂ ਵੀ ਮਿਲਦੀਆਂ ਨੇ, ਅਤੇ ਡੈਜ਼ਰਟ ਮਾਰੂਥਲ ਵੀ ਮਿਲਦਾ ਵਾ। climate, India is a very variable rainfalls, some of part getting to the highest rain into the world, some of area of the desert area of the world, the northern part of to the extreme climate, while to the peninsulas getting to the get hot climate, and coastal area has been to the marine climate। ਕਹਿੰਦੇ ਕਲਾਈਮੇਟ ਦਾ ਵੀ ਬਹੁਤ ਜ਼ਿਆਦਾ ਇਫੈਕਟ ਆ ਵੀ ਇੰਡੀਆ ਵਿੱਚ ਵੇਰੀਏਸ਼ਨ, ਜਿਹੜੀ ਮੀਂਹ ਦੀ ਵੇਰੀਏਸ਼ਨ ਮਿਲਦੀ ਆ। ਕਹਿੰਦੇ ਕੁਛ ਪਾਰਟਾਂ ਦੇ ਉੱਤੇ ਵਰਲਡ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੀ ਮੀਂਹ ਪੈਂਦਾ ਵਾ ਉਹ ਇੰਡੀਆ ਦੇ ਵਿੱਚ ਪੈਂਦਾ ਵਾ, ਅਤੇ ਕੁਛ ਇੰਡੀਆ ਦਾ ਪਾਰਟ ਇਹੋ ਜਿਹਾ ਵਾ ਜਿੱਥੇ ਕੀ ਆ ਮਾਰੂਥਲ ਏਰੀਆ ਵਾ ਪੂਰੇ ਵਰਲਡ ਦਾ। ਕਹਿੰਦੇ ਨਾਰਥਰਨ ਪਾਰਟ ਦੇ ਵਿੱਚ ਕੀ ਆ ਜਿਹੜਾ ਐਕਸਟ੍ਰੀਮ ਕਲਾਈਮੇਟ ਹੁੰਦਾ ਵਾ, ਕਿਉਂਕਿ ਇੱਥੇ ਕੀ ਆ ਪੈਨਸੂਲਾ ਜਿਹੜਾ ਵਾ ਉਹ ਗਰਮ ਕਲਾਈਮੇਟ ਵੀ ਮਿਲਦਾ ਵਾ, ਅਤੇ ਕੋਸਟਲ ਏਰੀਆ ਦੇ ਕਰਕੇ ਇੱਥੇ ਕੀ ਆ ਥੋੜ੍ਹਾ ਠੰਡਾ ਜਿਹਾ ਮਾਹੌਲ ਵੀ ਰਹਿੰਦਾ ਵਾ। ਮਾਈਗ੍ਰੇਸ਼ਨਸ, ਡਿਫਰੈਂਟ ਰੇਸੀਕਲ ਗਰੁੱਪਸ ਆਫ ਟੂ ਦੀ ਐਂਟਰੀ ਇਨ ਟੂ ਦੀ ਇੰਡੀਆ, ਡਿਫਰੈਂਟ ਏਰੀਆ, ਮੰਗੋਲੀਅਨਸ, ਆਰੀਅਨਸ, ਮੁਸਲਿਮਸ, ਡੇਵੇਡੀਅਨਸ ਸੈਟਲ ਇਨ ਇੰਡੀਆ। ਕਹਿੰਦੇ ਮਾਈਗ੍ਰੇਸ਼ਨ ਵੀ ਬਹੁਤ ਜ਼ਿਆਦਾ ਹੋਈ, ਜਾਣੀ ਕਿ ਇੱਕ ਜਗ੍ਹਾ ਦੂਜੀ ਜਗ੍ਹਾ ਤੱਕ ਜਾਂਦੇ ਰਹੇ। ਇਹਨਾਂ ਰੀਜ਼ਨ ਕੀ ਸੀਗਾ ਵੀ ਬਹੁਤ ਸਾਰੇ ਲੋਕ ਜਿਹੜੇ ਨੇ ਇੱਥੇ ਇੰਡੀਆ ਦੇ ਵਿੱਚ ਆਏ ਨੇ, ਜਿਵੇਂ ਮੰਗੋਲੀਅਨਸ ਹੋ ਗਏ, ਮੰਗੋਲੀਅਟਸ ਹੋ ਗਏ, ਆਰੀਅਨਸ ਹੋ ਗਏ, ਮੁਸਲਿਮ ਹੋ ਗਏ, ਤਾਂ ਕਰਕੇ ਇੰਡੀਆ ਦੇ ਵਿੱਚ ਕਈ ਜਗ੍ਹਾ ਸੈਟਲ ਹੋਏ, ਤਾਂ ਕਰਕੇ ਉਹ ਵੀ ਇੱਕ ਜਗ੍ਹਾ ਦੂਜੀ ਜਗ੍ਹਾ ਤੱਕ ਹਿਲਦੇ ਰਹੇ। ਕਲਚਰ, ਡਿਊ ਟੂ ਦੀ ਸੈਟਲਮੈਂਟ ਆਫ ਦੀਆਂ ਡਿਫਰੈਂਟ ਰੇਸੀਕਲ ਗਰੁੱਪਸ, ਦੀਆਂ ਫੂਡ, ਸ਼ੈਲਟਰ, ਕਲੋਥਿੰਗ, ਮੋਡ ਆਫ ਟੂ ਦੀਆਂ ਲਿਵਿੰਗ, ਫੋਕ ਸੌਂਗਸ, ਫੋਕ ਡਾਂਸ ਆਫ ਦੀਆਂ ਫੈਸਟੀਵਲਸ, ਫੇਅਰ ਆਫ ਟੂ ਦੀਆਂ ਪੀਪਲਸ ਆਰ ਡਿਫਰੈਂਟ। ਕਹਿੰਦੇ ਵੀ ਇੰਡੀਆ ਦੇ ਵਿੱਚ ਕੀ ਆ ਕਈ ਲੋਕ ਜਿਹੜੇ ਸੀ ਉਹ ਡਿਫਰੈਂਟ ਗਰੁੱਪਾਂ ਦੇ ਬਿਲੋਂਗ ਕਰਦੇ ਸੀ, ਡਿਫਰੈਂਟ ਜਗ੍ਹਾ 'ਤੇ ਰਹਿਣ ਲੱਗ ਗਏ, ਜਿਹਦੇ ਕਰਕੇ ਉਹਨਾਂ ਦਾ ਖਾਣ ਪੀਣ, ਉਹਨਾਂ ਦਾ ਰਹਿਣ ਸਹਿਣ, ਉਹਨਾਂ ਦੇ ਕੱਪੜੇ, ਅਤੇ ਉਹਨਾਂ ਦੇ ਨਾਚ, ਉਹਨਾਂ ਦੇ ਗਾਣੇ, ਉਹ ਸਾਰੇ ਫੈਸਟੀਵਲ ਦੇ ਉੱਤੇ ਉਹ ਸਾਰੇ ਕੀ ਹੋ ਗਏ ਡਿਫਰੈਂਟ ਹੋ ਚੁੱਕੇ ਸੀ। ਲਾਸਟ ਕੁਐਸਚਨ ਹੈ ਜੀ, ਸੌਰੀ ਲਾਸਟ ਨਹੀਂ ਸੈਕਿੰਡ ਲਾਸਟ ਹੈ। ਵਿਚ ਫੈਕਟਰੀ ਇਜ਼ ਦਾ ਰਿਸਪੋਂਸੀਬਲ ਫॉर ਦੀ ਮੇਨਟੇਨਿੰਗ ਆਫ ਦੀ ਇੰਡੀਅਨ ਯੂਨੀਫਾਰਮਿਟੀਜ਼ ਆਫ ਡਾਇਵਰਸਿਟੀਜ਼, ਕਿਹੜੇ ਇਹੋ ਜਿਹੇ ਕਾਰਨ ਨੇ ਜਿਹਦੇ ਕਰਕੇ ਇੰਡੀਆ ਦੇ ਵਿੱਚ ਕੀ ਆ ਯੂਨਿਟੀ, ਏਕਤਾ ਦਿਖਾਉਂਦੀ ਆ ਵਿਭਿੰਨਤਾ ਦੇ ਕਾਰਨ ਵੀ। ਪਹਿਲਾ ਹੈਗਾ ਫੈਕਟਰ ਆਫ ਯੂਨਿਟੀ, ਕਿਹੜੇ ਨੇ, ਮਾਨਸੂਨ ਪਹਿਲਾ ਵਾ। ਦੀ ਇੰਡੀਆ ਵਾਸ ਟੂ ਦੀ ਪ੍ਰਾਇਮਰੀ ਇੱਕ ਮਾਨਸੂਨ ਟਾਈਪਸ ਆਫ ਕਲਾਈਮੇਟ ਦੀਆਂ ਸੀਜ਼ਨਸ ਫੋਲੋ ਫਰੋਮ ਟੂ ਦੀ ਪੈਟਰਨ ਆਫ ਮਾਨਸੂਨ ਇਨ ਇੰਡੀਆ ਦੇ ਵਿੱਚ ਜਿਹੜਾ ਪ੍ਰਾਇਮਰੀ ਆ ਮਾਨਸੂਨ ਦੇ ਕਰਕੇ ਕਲਾਈਮੇਟ ਚੇਂਜ ਹੁੰਦਾ ਵਾ। ਇੱਥੇ ਜਿਹੜਾ ਸੀਜ਼ਨ ਜਿਹੜਾ ਵਾ ਉਹ ਫੋਲੋ ਕਰਦਾ ਵਾ ਮਾਨਸੂਨ ਦੇ ਅਕੋਰਡਿੰਗ ਇੰਡੀਆ ਦੇ ਵਿੱਚ। ਨੈਕਸਟ ਹੈਗਾ ਕਲਚਰਲ ਫਲਿਊਸ਼ਨ, ਵੀ ਇਹਦੇ ਵਿੱਚ ਜਿਹੜਾ ਕਲਚਰ ਦਾ ਵਾ ਉਹ ਫਿਰ ਵੀ ਇੱਕ ਧਾਗੇ ਵਿੱਚ ਪਰੋਇਆ ਹੋਇਆ, ਜਿਵੇਂ ਡਿਫਰੈਂਟ ਕਲਚਰ ਇਜ਼ ਫਾਊਂਡ ਇਨ ਟੂ ਦੀਆਂ ਡਿਫਰੈਂਟ ਰੀਜ਼ਨ, ਦੀਆਂ ਮਿਕਸਿੰਗ ਐਂਡ ਐਕਸਚੇਂਜ ਆਫ these cultures had led to the cultural fusion in India. It is created to the strong bonds of to the integrations, Sanskrit, Parsian providing the strong bonds of to the unity in their religion, culture and intelligence field। ਕਹਿੰਦੇ ਜਿਹੜਾ ਕਲਚਰ ਫਲਿਊਸ਼ਨ ਦੇ ਵਿੱਚ ਕੀ ਆ ਵੀ ਜਿਸ ਤਰੀਕੇ ਨਾਲ ਸਾਰੇ ਕਲਚਰ ਦੇ ਲੋਕ ਨੇ ਉਹ ਇੱਕ ਦੂਜੇ ਨਾਲ ਮਿਕਸ ਹੁੰਦੇ ਗਏ ਅਤੇ ਐਕਸਚੇਂਜ ਕਰਦੇ ਰਹੇ ਆਪਣੇ ਕਲਚਰ ਦੇ ਨਾਲ, ਤਾਂ ਇਹਦੇ ਨਾਲ ਕੀ ਹੋਇਆ ਸਾਡੀ ਜਿਹੜੀ ਕੰਟਰੀ ਨੇ ਉਹ ਇੱਕ ਦੂਸਰੇ ਨਾਲ ਜੁੜ ਗਈਆਂ। ਤਾਂ ਇਹਨਾਂ ਵਿੱਚ ਇੱਕ ਸਟਰੋਂਗ ਜਿਹੀ ਇੱਕ ਗੱਠ ਬਣ ਚੁੱਕੀ ਆ, ਜਿਵੇਂ ਸੰਸਕ੍ਰਿਤ ਅਤੇ ਪਾਰਸੀਅਨ ਨੇ ਇਹਨਾਂ ਨੇ ਇੱਕ ਵਧੀਆ ਢੰਗ ਦੇ ਨਾਲ ਉਹਨਾਂ ਦੀ ਇੱਕ ਗੱਠ ਜੁੜੀ ਆ, ਜਿਹਦੇ ਨਾਲ ਉਹ ਏਕਤਾ ਬਣਾ ਕੇ ਰੱਖਦੇ ਆ ਪੂਰੇ ਧਰਮ ਅਤੇ ਉਹਨਾਂ ਦੇ ਧਾਰਮਿਕ ਅਤੇ ਸੰਸਕ੍ਰਿਤਾਂ ਅਤੇ ਇੰਟੈਲੀਜੈਂਸੀ ਫੈਕਟਰ ਦੇ ਵਿੱਚ। ਨੈਕਸਟ ਹੈਗਾ ਇਕਨੋਮਿਕ ਫੈਕਟਰ, ਵੀ ਜਿਹੜੇ ਆਰਥਿਕ ਸਾਧਨ ਕਿਹੜੇ ਨੇ ਇਹਦੀ ਡਿਵੈਲਪਮੈਂਟ ਆਫ ਦੀਆਂ ਇੰਟਰਲ ਰੀਜਨਲ means of transportation communication has played an important role into the unifying the countries। ਵੀ ਜਿਹੜੇ ਆਰਥਿਕ ਤੌਰ 'ਤੇ ਫੈਕਟਰ ਨੇ, ਜਿਵੇਂ ਡਿਵੈਲਪਮੈਂਟ ਹੋ ਗਈ ਇੰਟਰ ਰੀਜਨ ਦੀ, ਅੰਤਰ ਖੇਤਰੀਆਂ ਦੇ ਵਿੱਚ ਚੇਂਜਿਸ ਆਉਂਦੀਆਂ ਨੇ, ਮੀਨਿੰਗ ਆਫ ਟਰਾਂਸਪੋਰਟੇਸ਼ਨ, ਆਵਾਜਾਈ ਦੇ ਸਾਧਨ, ਸੰਚਾਰ ਦੇ ਸਾਧਨ ਡਿਵੈਲਪ ਹੋਏ ਨੇ, ਤਾਂ ਇਹ ਵੀ ਸਾਡੀ ਕੰਟਰੀ ਨੂੰ ਯੂਨੀਫਾਰਮਿਟੀ ਕਰਦੇ ਨੇ। ਨੈਕਸਟ ਹੈਗਾ ਲੈਂਗੁਏਜ ਐਂਡ ਫਾਈਨ ਆਰਟ, ਵੀ ਜਿਵੇਂ ਸਾਡੀਆਂ ਭਾਸ਼ਾਵਾਂ ਅਤੇ ਕਲਾਕ੍ਰਿਤੀਆਂ ਨੇ, ਸੰਸਕ੍ਰਿਤ, ਉਰਦੂ, ਹਿੰਦੀ, ਇੰਗਲਿਸ਼ ਲੈਂਗੁਏਜਸ ਆਰ ਕ੍ਰੀਏਟਡ ਟੂ ਦੀ ਯੂਨਿਟੀ ਇਨ ਇੰਡੀਆ। ਦੀਆਂ ਫਾਈਨ ਆਰਟ ਐਂਡ ਫੋਕ ਸੌਂਗਸ ਆਰ ਰਿਪਰਜੈਂਟਿੰਗ ਦੀ ਸੇਮ ਫੀਲਿੰਗ ਆਫ ਦੀ ਨੈਸ਼ਨਲਿਜ਼ਮ। ਕਹਿੰਦੇ ਵੀ ਜਿਵੇਂ ਸੰਸਕ੍ਰਿਤ, ਉਰਦੂ, ਹਿੰਦੀ, ਇੰਗਲਿਸ਼ ਇਹ ਕੀ ਨੇ ਲੈਂਗੁਏਜ ਨੇ ਜਿਨ੍ਹਾਂ ਨੇ ਸਾਡੇ ਇੰਡੀਆ ਨੂੰ ਏਕਤਾ ਵਿੱਚ ਪਰੋਇਆ ਵਾ। ਫਾਈਨ ਆਰਟ ਅਤੇ ਫੋਕ ਸੌਂਗ ਕੀ ਨੇ, ਉਹ ਇੰਡੀਆ ਦੇ ਵਿੱਚ ਇੱਕ ਰਾਸ਼ਟਰਿਕਤਾ ਦੀ ਭਾਵਨਾ ਪ੍ਰਗਟ ਕਰਦੇ ਨੇ।
Last question is, in India is the diversities and unity are a neither opposite to the each other and do not to be develop the cost of to the each other, rather both of to the interrelated, give their argument of their favor and against to the statement ਵੀ ਜਿਹੜਾ ਇੰਡੀਆ ਵਾ ਉਹ ਕੀ ਆ ਭਿੰਨਤਾ ਦੇ ਯੂਨਿਟੀ ਨਾ ਇਹ ਦੋ ਹੀ ਜਣੇ ਇੱਕ ਦੂਜੇ ਦੇ ਆਪੋਜ਼ਿਟ ਨੇ ਤੇ ਕੀ ਆ ਇਨ ਡੂ ਨਾਟ ਡਿਵੈਲਪ ਵਿਦ ਦੀ ਕਾਸਟ ਆਫ ਈਚ ਅਦਰ ਕਹਿੰਦੇ ਇਹਨਾਂ ਦੋਹਾਂ ਤੋਂ ਬਿਨਾਂ ਅਸੀਂ ਕੀ ਆ ਕੋਈ ਵੀ ਚੀਜ਼ ਪ੍ਰਾਪਤ ਨਹੀਂ ਕਰ ਸਕਦੇ ਇਹ ਦੋ ਹੀ ਇੱਕ ਦੂਜੇ ਨਾਲ ਜੁੜੀਆਂ ਹੋਈਆਂ ਤੁਸੀਂ ਇਸ ਆਰਗੂਮੈਂਟ ਦੇ ਫੇਵਰ ਜਾਂ ਅਗੇਂਸਟ ਦੇ ਵਿੱਚ ਸਟੇਟਮੈਂਟ ਦੇਣੀ ਆ ਦੇयर इज़ नो डाउट दैट दी यूनिटी एंड डाइवर्सिटीज़ आर ऑपोजिट टू दी ईच अदर ਵੀ ਇਹ ਕੋਈ ਇਹਦੇ ਵਿੱਚ ਕੋਈ ਸ਼ੱਕ ਨਹੀਂ ਹੈਗਾ ਵੀ ਜਿਹੜਾ ਏਕਤਾ ਤੇ ਵਿਭਿੰਨਤਾ ਨੇ ਉਹ ਦੋ ਹੀ ਇੱਕ ਦੂਜੇ ਦੇ ਆਪੋਜ਼ਿਟ ਨੇ ਪਰ ਫੈਕਟਰ ਕ੍ਰੀਏਟਸ ਟੂ ਦੇਅਰ ਡਾਈਵਰਸਿਟੀਜ਼ ਹੈਜ਼ ਬੀਨ ਹੈਲਪ ਟੂ ਦੀ ਕ੍ਰੀਏਟ ਯੂਨਿਟੀ ਪਰ ਕੀ ਆ ਵੀ ਕੁਛ ਇਹੋ ਜਿਹੇ ਫੈਕਟਰ ਨੇ ਜਿਹੜੇ ਵਿਭਿੰਨਤਾ ਦੇ ਕਰਕੇ ਵੀ ਏਕਤਾ ਬਣਾਉਂਦੇ ਨੇ ਜਾਂ ਬਣਾ ਦਿੰਦੇ ਆ ਵਿਦ ਦੀ ਰਿਜ਼ਲਟ ਦੀ ਯੂਨਿਟੀ ਐਂਡ ਡਾਈਵਰਸਿਟੀ ਡਿਵੈਲਪਿੰਗ ਸਾਈਡ ਬਾਈ ਸਾਈਡ ਇਸ ਤਰੀਕੇ ਇਹਦੇ ਰਿਜ਼ਲਟ ਦੇ ਕਾਰਨ ਏਕਤਾ ਤੇ ਵਿਭਿੰਨਤਾ ਕੀ ਨੇ ਉਹ ਸਾਈਡ ਬਾਈ ਸਾਈਡ ਉਹਦੇ ਨਾਲ ਜੁੜਦੀਆਂ ਜਾ ਰਹੀਆਂ ਨੇ different racial groups settle in India and developing their own culture but they mixing with each others as a result the cultural unity of India ਕਹਿੰਦੇ ਜਿਹੜੇ ਕਿ ਡਿਫਰੈਂਟ ਗਰੁੱਪ ਦੇ ਲੋਕ ਇੱਥੇ ਆ ਕੇ ਇੰਡੀਆ ਦੇ ਵਿੱਚ ਸੈਟਲ ਹੋਏ ਤੇ ਡਿਵੈਲਪ ਕੀਤਾ ਆਪਣੇ ਕਲਚਰ ਨੂੰ ਤਾਂ ਇਹ ਇੱਕ ਦੂਜੇ ਨਾਲ ਮਿਕਸ ਹੋ ਗਏ ਨੇ ਤਾਂ ਈਚ ਅਦਰ ਨੂੰ ਸਮਝਦੇ ਨੇ ਤਾਂ ਇਸ ਕਰਕੇ ਜਿਹੜਾ ਸਾਡਾ ਕਲਚਰ ਦੇ ਵਿੱਚ ਏਕਤਾ ਮਿਲਦੀ ਆ ਜਿਵੇਂ ਕਿ ਦੇਅਰ ਵਾਸ ਟੂ ਦੀ 187 ਲੈਂਗੁਏਜਸ ਇੰਡੀਆ ਦੇ ਵਿੱਚ 187 ਲੈਂਗੁਏਜਾਂ ਭਾਸ਼ਾਵਾਂ ਬੋਲੀਆਂ ਜਾਂਦੀਆਂ ਨੇ ਇੰਗਲਿਸ਼ ਇਜ਼ ਯੂਜ਼ ਟੂ ਦੀ ਲਿੰਕਡ ਲੈਂਗੁਏਜ ਇੰਗਲਿਸ਼ ਕੀ ਆ ਇਹਨਾਂ ਸਾਰਿਆਂ ਨੂੰ ਜੋੜਨ ਦੀ ਇੱਕ ਲੈਂਗੁਏਜ ਮੰਨੀ ਗਈ ਆ ਸੰਸਕ੍ਰਿਤ ਯੂਜ਼ ਟੂ ਦੀ ਸਟੱਡੀ ਵੈਦਿਕਸ ਤੇ ਜਿਹੜਾ ਸੰਸਕ੍ਰਿਤ ਆ ਉਹਨੂੰ ਵੇਦ ਪੜ੍ਹਨ ਦੇ ਲਈ ਯੂਜ਼ ਕੀਤੀ ਜਾਂਦੀ ਆ ਦਸ ਦੀ ਡਿਫਰੈਂਟ ਕਲਚਰਸ ਐਜ਼ ਅ ਰਿਜ਼ਲਟ ਇਨ ਟੂ ਦੀ ਫਾਰਮੇਸ਼ਨ ਆਫ ਦੀ ਇੰਡੀਅਨ ਕਲਚਰ ਤਾਂ ਕਰਕੇ ਅਸੀਂ ਕਹਿ ਸਕਦੇ ਹਾਂ ਵੀ ਡਿਫਰੈਂਟ ਸੰਸਕ੍ਰਿਤੀਆਂ ਇੱਕ ਕੀ ਆ ਇੰਡੀਆ ਦਾ ਸੰਸਕ੍ਰਿਤ ਬਣਾਉਣ ਦੇ ਵਿੱਚ ਹੈਲਪ ਕਰਦੀਆਂ ਨੇ ਆਈ ਹੋਪ ਤੁਹਾਨੂੰ ਇਹ ਕੁਐਸਚਨਸ ਦੀਆਂ ਟਰਾਂਸਲੇਸ਼ਨ ਤੁਹਾਨੂੰ ਪੂਰਾ ਸਮਝ ਆ ਗਿਆ ਹੋਵੇਗਾ ਇਹ ਮੈਂ ਪੂਰਾ ਫਸਟ ਚੈਪਟਰ ਜਿਹੜਾ ਵਾ ਤੁਹਾਨੂੰ ਇਹਦੀ ਟਰਾਂਸਲੇਸ਼ਨ ਚੈਪਟਰ ਦੀ ਟਰਾਂਸਲੇਸ਼ਨ ਪਲੱਸ ਇਹਦੇ ਸ਼ਾਰਟ ਵੈਰੀ ਸ਼ਾਰਟ ਤੇ ਪਲੱਸ ਲੌਂਗ ਕੁਐਸਚਨਾਂ ਦੀ ਟਰਾਂਸਲੇਸ਼ਨ ਤੁਹਾਨੂੰ ਵੀਡੀਓਜ਼ ਦੇ ਦੁਆਰਾ ਤੁਹਾਨੂੰ ਸਮਝਾ ਚੁੱਕਿਆ ਵਾਂ ਬਟ ਫਿਰ ਵੀ any students will be facing any kind of the difficulties in the videos in the translation any kind of questions you must be write these your doubts in my comment box and so that's why I will sort out your problems in my next video and try to improve myself is also and thanks for watching my session and which persons will be coming in the first time on my YouTube channel so subscribe my channels and share with others so they will also be gaining their knowledge from my videos. Thanks a lot for watching. Thanks a lot.